ਤੁਸੀਂ ਸਾਰੇ ਬੜੇ ਸੂਝਵਾਨ ਬੈਠੇ ਹੋ। ਜਿਹੜਾ ਸਿਲੇਬਸ ਹੁੰਦਾ ਹੈ ਨਾ, ਸਿਲੇਬਸ ਵਿਦਿਆਰਥੀ ਨੂੰ ਖੁਦ ਪੜ੍ਹਨਾ ਪੈਂਦਾ, ਭਾਵੇਂ 4 ਟੀਚਰਾਂ ਕੋਲ ਜਾ ਕੇ ਪੜ੍ਹਨਾ ਪਵੇ ਤੇ ਭਾਵੇਂ 10 ਕੋਲ ਜਾਣਾ ਪਵੇ ਤੇ ਭਾਵੇਂ 50 ਕੋਲ ਜਾਣਾ ਪਵੇ। ਵਿਦਿਆਰਥੀ ਦਾ ਭਲਾ ਉਦਣ ਹੋਏਗਾ ਜਿੱਦਣ ਉਹ ਆਪਣੇ ਸਿਲੇਬਸ ਨੂੰ, ਉੱਚੀ ਬੋਲੋ, ਜਿੱਦਣ ਉਹ ਆਪਣੇ ਸਿਲੇਬਸ ਨੂੰ ਆਪ ਪੜ੍ਹੂਗਾ। ਹੁਣ ਗੁਰੂ ਸਾਹਿਬ ਜੀ ਨੇ 239 ਸਾਲ ਲਾ ਕੇ ਜਿਹੜਾ ਸਿਲੇਬਸ ਤਿਆਰ ਕੀਤਾ, ਉਹ ਕਾਹਦੇ ਵਾਸਤੇ ਕੀਤਾ? ਵੀ ਸਿੱਖ ਆਪ ਪੜ੍ਹੇ। ਤੇ ਸਿੱਖ ਨਾਲ ਕੀ ਕੀਤਾ ਗਿਆ? ਰੱਖਿਆ ਤੇ ਬਾਣੀ ਦੇ ਲੱਗ ਗਈ। ਮੈਂ ਗੱਲ ਇਹ ਕੀਤੀ ਸੀ ਨਾ ਵੀ ਬਾਣੀ ਰਾਹੀਂ ਹੀ ਬਾਣੀ ਤੋਂ ਦੂਰ ਕੀਤਾ ਜਾ ਸਕਦਾ। ਮੈਨੂੰ ਨਹੀਂ ਪਤਾ ਤੁਹਾਨੂੰ ਕਿੰਨਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਆਉਂਦੇ ਨੇ, ਕਿੰਨਿਆਂ ਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਅਰਥ ਆਉਂਦੇ ਨੇ, ਕਿੰਨਿਆਂ ਨੂੰ ਮੀਨਿੰਗ ਆਉਂਦੇ ਨੇ। ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈਂਦਾ ਹੈ ਨਾ, ਤੁਹਾਡੇ ਅੰਦਰੋਂ ਇੱਕ ਵਾਰ ਸ਼ਬਦ ਵਾਹਿਗੁਰੂ ਜ਼ਰੂਰ ਨਿਕਲਦਾ ਹੈ। ਇਹਦਾ ਮਤਲਬ ਅਸੀਂ ਜੁੜੇ ਤੇ ਹੈਗੇ ਆ ਅੰਦਰੋਂ। ਤੁਸੀਂ ਕਿੰਨੇ ਵੀ ਜ਼ਰੂਰੀ ਕੰਮ ਤੇ ਜਾ ਰਹੇ ਹੋ, ਤੁਹਾਡਾ 1 ਸੈਕਿੰਡ ਤੁਹਾਡੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਕਰਦਾ ਹੋਵੇ, 1 ਸੈਕਿੰਡ ਤੁਹਾਡੀ ਜ਼ਿੰਦਗੀ ਤੇ ਮੌਤ ਵਿਚਲਾ ਫੈਸਲਾ ਕਰਦਾ ਹੋਵੇ, ਪਰ ਜੇ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਆ ਜਾਏ ਤੇ ਤੁਸੀਂ ਦੋਵੇਂ ਹੱਥ ਜੋੜ ਲੈਂਦੇ ਹੋ, ਤੁਸੀਂ ਭੁੱਲ ਜਾਂਦੇ ਹੋ ਦੁਨੀਆ ਸਾਰੀ। ਇਹਦਾ ਮਤਲਬ ਅਸੀਂ ਪਿਆਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹੁਣ ਚਲਾਕੀ ਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਣਾ ਪੈਣਾ ਸੀ, ਕਿਉਂਕਿ ਜੇ ਕੋਈ ਬੰਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਆਪਣੀ ਮਰਜ਼ੀ ਨਾਲ ਖੜਦਾ, ਫਿਰ ਅਸੀਂ ਨਹੀਂ ਸੀ ਹੁੰਦੇ ਦੂਰ ਗੁਰੂ ਗ੍ਰੰਥ ਸਾਹਿਬ ਜੀ ਤੋਂ। ਨਾ ਅੱਜ ਹੋਈਏ, ਨਾ ਅਸੀਂ ਕੱਲ ਹੋਈਏ, ਨਾ ਅਸੀਂ ਅੱਜ ਤੋਂ 300 ਸਾਲ ਪਹਿਲਾਂ ਹੋਏ ਤੇ ਨਾ ਅਸੀਂ ਆਉਣ ਵਾਲੇ ਹਜ਼ਾਰਾਂ ਸਾਲ ਬਾਅਦ ਹੋਈਏ। ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਹੀ ਨਹੀਂ ਸਕਦੇ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਵੀ ਹੋਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਹੀ ਸਾਨੂੰ ਕੋਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਕਰ ਸਕਦਾ ਹੈ। ਕਿਵੇਂ? ਸਿਲੇਬਸ ਸਮਝਣ ਤੇ ਪੜ੍ਹਨ ਦੀ ਬਜਾਏ ਅਸੀਂ ਸਿਲੇਬਸ ਪੜ੍ਹਾਉਣਾ ਤੇ ਸਿਲੇਬਸ ਦਾ ਭੋਗ ਪਾਉਣਾ ਆਰੰਭ ਕਰ ਲਿਆ। ਹੁਣ ਜਿਹੜੇ ਸਕੂਲ ਵਿੱਚ ਪੜ੍ਹਾਈ ਇੱਦਾਂ ਸ਼ੁਰੂ ਹੋ ਜਾਏ, ਆ ਬੱਚੇ ਬੈਠੇ ਨੇ ਛੋਟੇ ਛੋਟੇ, ਜਦੋਂ ਇਹਨਾਂ ਨੂੰ ਟੀਚਰ ਕਹਿਣ ਲੱਗ ਜਾਣ ਵੀ ਤੁਸੀਂ ਆਪਣਾ ਸਿਲੇਬਸ ਦੱਸੋ ਕਿੰਨਾ ਆ, ਤੁਹਾਡਾ ਸਿਲੇਬਸ ਅਸੀਂ ਸਾਰਾ ਪੜ੍ਹ ਛੱਡਾਂਗੇ, ਸਾਰਾ ਸਿਲੇਬਸ ਅਸੀਂ ਰੱਟ ਲਵਾਂਗੇ, ਤੁਸੀਂ ਪੇਪਰਾਂ ਵਾਲੇ ਦਿਨ ਆਇਓ ਤੇ ਅਸੀਂ ਤੁਹਾਡੇ ਪੇਪਰ ਕਰਾ ਦਿਆਂਗੇ। ਇੱਦਾਂ ਵੀ ਜੇ ਉਹ ਕਹਿਣ ਵੀ ਅਸੀਂ ਤੁਹਾਡੇ ਪੇਪਰ ਕਰਾ ਦਿਆਂਗੇ, ਤੁਹਾਡੇ 'ਚੋਂ ਕਿੰਨੇ ਕੁ ਮਾਪੇ ਸਹਿਮਤ ਹੋ ਜਾਣਗੇ ਇਸ ਗੱਲ ਨਾਲ ਵੀ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ, ਤੁਸੀਂ ਪੇਪਰ ਕਰਾ ਦਿਓ? ਕੋਈ ਸਹਿਮਤ ਹੋਏਗਾ ਆਪਣੇ 'ਚ? ਕੋਈ ਨਹੀਂ ਹੋਏਗਾ। ਇਹਦਾ ਮਤਲਬ, ਹਾਂਜੀ ਇੱਕ ਮਿੰਟ ਮੈਂ ਵਾਪਸ ਆਉਣਾ, ਬਸ 5-7 ਮਿੰਟ ਦਿਓਗੇ। ਹੁਣ ਕੀ ਹੈ, ਅਸੀਂ ਦੁਨਿਆਵੀ ਤਾਂ ਬਾਬੇ ਨੇ ਜਦੋਂ ਬਾਣੀ ਦੇ ਅੰਦਰ ਫੈਸਲਾ ਕੀਤਾ ਤਾਂ ਇਹਨਾਂ ਚੀਜ਼ਾਂ ਨੂੰ ਬੜੇ ਗੌਰ ਨਾਲ ਸਾਨੂੰ ਸਮਝਾਇਆ, ਔਰ ਸਾਡੇ ਸਮਝ ਵਿੱਚ ਵੀ ਆਉਣੀਆਂ ਸੀ। ਇਹ ਨਹੀਂ ਵੀ ਗੱਲ ਸਮਝ ਨਹੀਂ ਸੀ ਆਉਣੀ। ਇੱਕ ਸ਼ਬਦ ਜਿਹੜਾ ਆਮ ਅਸੀਂ ਕਾਮਨ ਵਰਤਦੇ ਆ ਨਾ ਵੀ ਸਾਨੂੰ ਬਾਣੀ ਸਮਝ ਨਹੀਂ ਆਉਂਦੀ, ਇਹ ਵੀ ਉਹਨਾਂ ਬੰਦਿਆਂ ਦੀ ਦੇਣ ਹੈ ਜਿਹੜੇ ਨਹੀਂ ਚਾਹੁੰਦੇ ਤੁਸੀਂ ਬਾਣੀ ਸਮਝੋ। ਕਿਹਦੀ ਦੇਣ ਹੈ? ਜਿਹੜੇ ਨਹੀਂ ਚਾਹੁੰਦੇ ਤੁਸੀਂ ਬਾਣੀ ਸਮਝੋ। ਕਿਉਂ? ਕਿਉਂਕਿ ਜੇ ਤੁਸੀਂ ਬਾਣੀ ਸਮਝੋਗੇ ਤੇ ਬਾਣੀ ਹੋਰਾਂ ਨੂੰ ਵੀ ਸਮਝਾਓਗੇ, ਤੇ ਜੇ ਬਾਣੀ ਹੋਰ ਵੀ ਸਮਝਣਗੇ ਤੇ ਸਮਾਜ ਖੂਬਸੂਰਤ ਬਣੇਗਾ। ਤੇ ਜਿਹੜਾ ਕਰਪਟ ਸਮਾਜ ਹੁੰਦਾ ਆ, ਉਹਨੂੰ ਸਭ ਤੋਂ ਵੱਡੀ ਪ੍ਰੋਬਲਮ ਖੂਬਸੂਰਤ ਸਮਾਜ ਤੋਂ ਹੁੰਦੀ ਹੈ। ਸਾਨੂੰ ਕੋਈ ਚੀਜ਼ ਨਹੀਂ ਸਤਾਉਂਦੀ, ਸਾਨੂੰ ਜਾਗਣਾ ਸਤਾਉਂਦਾ ਹੈ। ਜਿਹੜਾ ਚੋਰ ਹੁੰਦਾ ਨਾ, ਚੋਰ ਨੂੰ ਹਨੇਰੀ ਰਾਤ ਕਿਉਂ ਚਾਹੀਦੀ ਹੈ? ਜਦੋਂ ਸਾਰੀ ਦੁਨੀਆ ਚੰਦਰਮਾ ਦੀ ਉਡੀਕ ਕਰਦੀ ਹੈ, ਸਾਨੂੰ ਚਾਨਣੀ ਰਾਤ ਬਹੁਤ ਪਸੰਦ ਹੈ, ਪਰ ਕਿਸੇ ਨੂੰ ਹਨੇਰੀ ਰਾਤ ਵੀ ਪਸੰਦ ਹੈ। ਸਾਨੂੰ ਜਾਗਣਾ ਪਸੰਦ ਹੈ, ਕਿਸੇ ਨੂੰ ਸੌਣਾ ਵੀ ਪਸੰਦ ਹੈ। ਤੁਸੀਂ ਜਾਗਣ ਦੀ ਉਡੀਕ ਕਰਦੇ ਹੋ, ਪਰ ਕੋਈ ਤੁਹਾਡੇ ਸੌਣ ਦੀ ਉਡੀਕ ਵੀ ਕਰ ਰਿਹਾ। ਕਿਸੇ ਨੂੰ ਇਹ ਵੀ ਲੱਗਦਾ ਵੀ ਤੁਸੀਂ ਸੌਂ ਜਾਓ। ਤਾਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਸਲ ਫਲਸਫਾ ਆ, ਉਹ ਤੁਹਾਡੀਆਂ ਅੱਖਾਂ ਦੇ ਗਾੜੀਓਂ, ਤੁਹਾਡੇ ਗਾੜੀਓਂ ਚੁੱਕਿਆ ਹੀ ਤਾਂ ਜਾ ਸਕਦਾ ਵੀ ਜੇ ਤੁਹਾਨੂੰ ਪਰੋਸ ਕੇ ਕੁਝ ਹੋਰ ਦਿੱਤਾ ਜਾਏ। ਬਾਣੀ ਦਾ ਵਾਕ ਕਿਵੇਂ ਹੋਇਆ? ਅਸੀਂ ਬਰੀਕ ਜੀ ਸਾਜ਼ਿਸ਼ ਨਾਲ, ਬਰੀਕ ਜੀ ਪਲੈਨਿੰਗ ਨਾਲ ਅਗਲਿਆਂ ਨੇ ਸਾਨੂੰ ਇਹ ਕਿਹਾ
ਜੇ ਤੁਸੀਂ ਬਾਣੀ ਆਪ ਪੜ੍ਹੋਗੇ ਤੁਹਾਡੇ ਕੋਲੋਂ ਗਲਤੀ ਹੋਊਗੀ, ਜੇ ਗਲਤੀ ਹੋਊਗੀ ਤੇ ਕੀ ਹੋਊਗਾ? ਪਾਪ ਲੱਗੂਗਾ। ਹੁਣ ਕੋਈ ਬੰਦਾ ਇਦਾਂ ਥੋੜ੍ਹੀ ਚਾਹੁੰਦਾ ਹੈ ਵੀ ਮੈਂ ਬਾਣੀ ਪੜ੍ਹਾਂ ਤੇ ਪਾਪ ਵੀ ਲੱਗੇ। ਤੁਸੀਂ ਕਿਉਂ ਚਾਹੋਗੇ ਇਦਾਂ? ਮੈਂ ਕਿਉਂ ਚਾਹੂੰਗਾ ਇਦਾਂ ਵੀ ਨਾਲੇ ਮੈਂ ਬਾਣੀ ਪੜ੍ਹਾਂ ਤੇ ਨਾਲੇ ਮੈਨੂੰ ਪਾਪ ਲੱਗੇ? ਇਸ ਕਰਕੇ ਮੈਂ ਕੀ ਕੀਤਾ ਵੀ ਨਹੀਂ, ਸਾਰੇ ਥਾਵਾਂ ਤੇ ਪਾਪ ਤਾਂ ਮੈਂ ਕਰ ਸਕਦਾ, ਪਰ ਘੱਟੋ ਘੱਟ ਮੈਂ ਬਾਣੀ ਪੜ੍ਹਨ ਲੱਗਿਆ ਤੇ ਪਾਪੀ ਨਹੀਂ ਬਣਨਾ ਚਾਹੁੰਦਾ। ਵੀ ਜੇ ਇੱਥੇ ਵੀ ਮੈਂ ਪਾਪੀ ਬਣ ਜਾਣਾ ਫਿਰ ਮੈਂ ਪੁੰਨੀ ਕਿੱਥੇ ਬਣੂੰਗਾ? ਤੇ ਇਹ ਗੁਜ਼ਾਰਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸਿੱਖ ਕਰਦਾ। ਉਹ ਕਹਿੰਦਾ ਵੀ ਨਹੀਂ, ਮੈਂ ਇੱਥੇ ਪਾਪੀ ਨਹੀਂ ਬਣਨਾ ਚਾਹੁੰਦਾ। ਤੇ ਅਸੀਂ ਕੀ ਕੀਤਾ? ਉਸੇ ਹੀ ਬੰਦਿਆਂ ਨੇ ਜਿਨ੍ਹਾਂ ਨੇ ਇਹ ਗੱਲ ਸਾਡੇ ਦਿਮਾਗ 'ਚ ਪਾਈ ਸੀ, ਉਹ ਕਹਿੰਦੇ ਫਿਰ ਅਸੀਂ ਤੁਹਾਨੂੰ ਆਪਣੇ ਬੰਦੇ ਦੇ ਦਾਂਗੇ ਤੇ ਉਹ ਤੁਹਾਨੂੰ ਪਾਠ ਤੁਹਾਡਾ ਕਰ ਦੇਣਗੇ, ਤੁਸੀਂ ਸਿਰਫ ਆਰੰਭ ਕਰਾਉਣਾ, ਮੱਧ ਵੇਲੇ ਆਉਣਾ। ਤੇ ਜੇ ਤੁਹਾਡੇ ਕੋਲ ਟਾਈਮ ਹੋਇਆ, ਵੈਸੇ ਹੁਣ ਇਦਾਂ ਹੀ ਹੈ, ਜੇ ਤੁਹਾਡੇ ਕੋਲ ਟਾਈਮ ਹੋਇਆ ਤੇ ਤੁਸੀਂ ਭੋਗ ਤੇ ਆ ਜਿਓ, ਜੇ ਨਾ ਵੀ ਹੋਇਆ ਤਾਂ ਵੀ ਆਉਣ ਦੀ ਲੋੜ ਨਹੀਂ, ਕਿਉਂਕਿ ਅੱਜ ਡਿਜੀਟਲ ਦੁਨੀਆ ਆ, ਅੱਜ ਇੰਟਰਨੈਟ ਦਾ ਯੁੱਗ ਹੈ। ਅਸੀਂ ਗੁਰੂ ਸਾਹਿਬ ਜੀ ਦਾ ਆਇਆ ਹੁਕਮਨਾਮਾ ਤੁਹਾਨੂੰ ਤੁਹਾਡੇ ਘਰ ਹੀ ਭੇਜ ਦਿਆਂਗੇ। ਸਾਨੂੰ ਗੱਲ ਚੰਗੀ ਬੜੀ ਲੱਗੀ, ਕਿਉਂਕਿ ਉਹਨਾਂ ਨੇ ਕਿਹਾ ਸ਼ਰਧਾ ਨਾਲ ਬਾਣੀ ਨੂੰ ਪੜ੍ਹਨ ਲੱਗਿਆਂ ਤੁਹਾਡੇ ਤੋਂ ਗਲਤੀ ਹੋ ਜਾਣੀ ਹੈ ਤੇ ਪਾਪ ਲੱਗਣਾ ਆ। ਅਸੀਂ ਪੜਾਂਗੇ ਪਾਪ ਨਹੀਂ ਲੱਗੇਗਾ। ਰੀਜ਼ਨ ਇਹ ਸੀ ਵੀ ਜੇ ਤੁਸੀਂ ਆਪ ਪੜੋਗੇ ਤਾਂ ਤੁਹਾਡੇ ਸਾਹਮਣੇ ਬਹੁਤ ਚੀਜ਼ਾਂ ਆਉਣੀਆਂ ਐਸੀਆਂ, ਤਾਂ ਕਰਕੇ ਅਸੀਂ ਭੋਗ ਪਾਇਆ। ਤੇ ਗੁਰੂ ਸਾਹਿਬ ਜੀ ਦੇ ਸ਼ਬਦ ਪਤਾ ਹੀ ਨਹੀਂ ਸਾਡੇ ਤੋਂ ਕਿਹੜੇ ਵੇਲੇ ਗਵਾਚ ਗਏ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਮੈਂ ਕੀ ਕਿਹਾ ਸੀ ਭਲਾ? ਜਿਹੜੇ ਬਾਣੀ ਨੂੰ ਜਾਣਦੇ ਹੋਣਗੇ ਉਹਨਾਂ 'ਚ ਤੇ ਗੁਰੂ ਸਾਹਿਬ ਵਿੱਚ ਬਹੁਤਾ ਕੋਈ ਫਰਕ ਨਹੀਂ ਰਹਿ ਜਾਣਾ। ਭਾਈ ਤਾਰੂ ਸਿੰਘ ਗੁਰੂ ਦਾ ਰੂਪ ਕਿਉਂ ਹੈ? ਭਾਈ ਮਨੀ ਸਿੰਘ ਜੀ ਗੁਰੂ ਵਰਗੇ ਕਿਉਂ ਨੇ? ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਜੀ ਵਰਗੇ ਕਿਉਂ ਨੇ? ਮਾਤਾ ਭਾਗ ਕੌਰ ਜੀ ਗੁਰੂ ਸਾਹਿਬ ਜੀ ਵਰਗੇ ਕਿਉਂ ਨੇ? ਕਿਉਂਕਿ ਨਿਸ ਦਿਨ ਭਜੇ ਨੂੰ ਸਮਝ ਲਿਆ ਤੇ ਰੂਪ ਰਾਮ ਤੇ ਜਾਨ। ਤੇ ਮਹਾਰਾਜ ਨੇ ਬਕਾਇਦਾ ਅਗਲਾ ਸ਼ਬਦ ਵਰਤਿਆ, ਹਰ ਜਨ ਹਰ ਅੰਤਰ ਨਹੀਂ। ਅੰਤਰ ਨਹੀਂ ਦਾ ਮਤਲਬ ਕੋਈ ਫਰਕ ਨਹੀਂ ਹੈ। ਹਰ ਜਨ ਹਰ ਅੰਤਰ ਨਹੀਂ, ਨਾਨਕ ਸੱਚੀ ਮਾਨ। ਇਹ ਸੱਚੀ ਗੱਲ ਮੰਨ ਲਾ ਭਾਈ। ਪਰ ਅਸੀਂ ਹੁਣ 3 ਗੱਲਾਂ ਆਪਾਂ ਕੀਤੀਆਂ। ਵੀਰ ਜੀ ਹੁਣਾਂ ਨੇ ਹੱਥ ਖੜਾ ਕੀਤਾ ਸੀ, ਆਪਾਂ ਵੀਰ ਜੀ ਦੀ ਗੱਲ ਸੁਣ ਲੈਂਦੇ ਹਾਂ। ਸੀਮਤ ਜਿਹਾ ਟਾਈਮ ਹੈ ਆਪਣੇ ਕੋਲ, ਆਪਾਂ ਬਹੁਤ ਲੰਬਾ ਸਮਾਂ ਨਹੀਂ ਮੈਨੂੰ ਲੱਗਦਾ, ਕਿਉਂਕਿ ਇਹ ਵੀ ਇੱਕ ਜਾਚ ਸਿੱਖਣ ਵਾਲੀ ਚੀਜ਼ ਹੈ। ਵਕਤ ਵਿਚਾਰੈ ਸੋ ਬੰਦਾ ਹੋਏ। ਹਰ ਵੇਲੇ ਵਕਤ ਦੀ ਕਦਰ ਕਰਿਆ ਕਰੋ, ਇੱਕ ਇੱਕ ਚੀਜ਼ ਦੀ। ਤੇ ਅਸੀਂ ਆਪਣੇ ਵਕਤ ਵਿੱਚ ਸਮਾਪਤੀ ਵੀ ਕਰਾਂਗੇ। ਹਾਂਜੀ ਵੀਰ ਜੀ, ਤੁਸੀਂ ਕੁਝ? ਓਕੇ, ਹਾਂਜੀ ਬਿਲਕੁਲ ਠੀਕ ਆ। ਜਿਹੜੀ ਵੀਰ ਜੀ ਗੱਲ ਕਹਿ ਰਹੇ ਆ ਨਾ, 2 ਚੀਜ਼ਾਂ ਵਾ। ਜ਼ਰੂਰਤ ਨਹੀਂ ਹੈ ਦੀ ਜਗ੍ਹਾ ਤੇ ਮੈਨੂੰ ਲੱਗਦਾ ਆਪਾਂ ਇੰਝ ਕਰ ਲਈਏ ਵੀ ਜ਼ਰੂਰਤ ਤਾਂ ਹੈ, ਪਰ ਇਹਦੀ ਕੀਮਤ ਉਦੋਂ ਹੀ ਹੈ ਜਦੋਂ ਸਾਡੇ ਕੋਲ ਧਰਮ ਦੀ ਵਿੱਦਿਆ ਹੈਗੀ ਹੈ। ਵੇਖੋ, ਦੁਨਿਆਵੀ ਐਜੂਕੇਸ਼ਨ, ਕਿਉਂਕਿ ਸਮਾਜ ਦੇ ਹਾਣੀ ਹੋਣਾ ਬਹੁਤ ਜ਼ਰੂਰੀ ਹੁੰਦਾ। ਗੁਰੂ ਸਾਹਿਬ ਸਾਡੇ ਏਡੀ ਛੇਤੀ ਸਮਾਜ ਦੇ ਵਿੱਚ ਆਪਣੇ ਆਪ ਨੂੰ ਉਸ ਟੌਪ ਤੇ ਤਾਂ ਲੈ ਕੇ ਗਏ ਕਿਉਂਕਿ ਗੁਰੂ ਨੇ ਸਮੇਂ ਦੀ ਨਬਜ਼ ਨੂੰ ਪਛਾਣ ਲਿਆ। ਇਹ ਬਹੁਤ ਜ਼ਰੂਰੀ ਹੁੰਦਾ ਤੁਹਾਨੂੰ ਸਮੇਂ ਦੀ ਨਬਜ਼ ਨੂੰ ਫੜਨਾ। ਜਿਹੜੇ ਬੰਦੇ ਸਮੇਂ ਦੀਆਂ ਨਬਜ਼ਾਂ ਨਹੀਂ ਨਾ ਫੜਦੇ ਉਹ ਫੇਲ ਹੋ ਜਾਣਗੇ। ਬਹੁਤ ਜ਼ਰੂਰੀ ਹੁੰਦਾ। ਧਾਰਮਿਕਤਾ ਕਈ ਵਾਰ ਤੁਹਾਨੂੰ ਸਮੇਂ ਦੇ ਹਾਣੀ ਹੋਣ ਤੋਂ ਵੀ ਰੋਕਦੀ ਹੈ। ਧਾਰਮਿਕਤਾ ਕਹਿ ਰਿਹਾ ਮੈਂ, ਧਰਮ ਨਹੀਂ ਕਹਿ ਰਿਹਾ। ਧਰਮ ਹੋਰ ਚੀਜ਼ ਹੈ ਤੇ ਧਾਰਮਿਕਤਾ ਹੋਰ ਚੀਜ਼ ਹੈ। ਧਰਮ ਤੇ ਧਾਰਮਿਕਤਾ ਇੱਕੋ ਚੀਜ਼ ਨਹੀਂ ਹੈ।
ਕਿਉਂਕਿ ਜਿਹੜਾ ਧਰਮ ਹੈ ਉਹ ਹਮੇਸ਼ਾ ਤੁਹਾਨੂੰ ਅੱਗੇ ਨੂੰ ਖੜਦਾ ਆ। ਤੁਸੀਂ ਹਮੇਸ਼ਾ ਸਟਰੋਂਗ ਹੁੰਦੇ ਆ ਹਰ ਇੱਕ ਚੀਜ਼ ਲਈ। ਤੁਸੀਂ ਪੜ੍ਹਦੇ ਹੋ ਧਰਮ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਿਆਂ ਥਾਵਾਂ ਤੇ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਪਰ ਦੋ ਗੱਲਾਂ ਮੈਂ ਤੁਹਾਡੇ ਨਾਲ ਧਰਮ ਦੇ ਸੰਬੰਧ ਵਿੱਚ ਕਰਨੀਆਂ। ਇੱਕ ਹੈ ਸਿੱਖਾਂ ਦੀ ਫੇਵਰਟ ਬਾਣੀ। ਫੇਵਰਟ ਬਾਣੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿਹੜੀ ਹੈ, ਬੋਲ ਕੇ ਦੱਸ ਦਿਓ ਮਾੜਾ ਜਿਹਾ, ਕਿਹੜੀ ਹੈ ਸਿੱਖਾਂ ਦੀ ਫੇਵਰਟ ਬਾਣੀ ਇਸ ਵੇਲੇ? ਵਾਹ ਜੀ ਵਾਹ, ਸੁਖਮਨੀ ਸਾਹਿਬ। ਇਹਦਾ ਮਤਲਬ ਤੁਹਾਨੂੰ ਪਤਾ ਹੈ ਵੀ ਸਿੱਖਾਂ ਦੀ ਫੇਵਰਟ ਬਾਣੀ ਹੈ ਸੁਖਮਨੀ ਸਾਹਿਬ। ਪਰ ਸੁਖਮਨੀ ਸਾਹਿਬ ਵਿੱਚੋਂ ਵੀ ਕੁਝ ਵੀ ਫੇਵਰਟ ਨਹੀਂ ਹੈ। ਬਦਕਿਸਮਤੀ ਫੇਰ ਹੈ, ਬਾਣੀ ਦਾ ਤਾਂ ਇੱਕ ਅੱਖਰ ਹੈ ਨਾ, ਜਿਹੜਾ ਇੱਕ ਅੱਖਰ ਪੂਰਾ ਸੰਸਾਰ ਹੈ। ਤੁਸੀਂ ਕੋਈ ਇੱਕ ਅੱਖਰ ਬਾਣੀ ਚੋਂ ਇੰਨਾ ਹੀ ਸਮਝ ਲਓ ਵੀ ਨਿਰਵੈਰ ਕੀ ਹੁੰਦਾ ਹੈ। ਬਸ ਇਹ ਪੂਰੇ ਬ੍ਰਹਿਮੰਡ ਦੀ ਵਿਆਖਿਆ ਹੈ, ਪੂਰੇ ਸੰਸਾਰ ਦੀ ਵਿਆਖਿਆ ਹੈ। ਇਹ ਅੱਜ ਦੁਨੀਆ ਦੀ ਮੁਸੀਬਤ ਇਹੋ ਹੀ ਹੈ ਵੀ ਹਰ ਬੰਦਾ ਇੱਥੇ ਵੈਰੀ ਹੈ ਤੇ ਨਿਰਵੈਰ ਕੋਈ ਵੀ ਨਹੀਂ ਹੈ। ਨਿੱਕੇ ਜਿਹੇ ਬੱਚੇ ਤੋਂ ਲੈ ਕੇ ਸਿਆਣੇ ਬਜ਼ੁਰਗ ਤੱਕ, ਬਜ਼ੁਰਗ ਤੋਂ ਲੈ ਕੇ ਸਟੇਟ ਤੱਕ, ਸਟੇਟ ਤੋਂ ਲੈ ਕੇ ਕੰਟਰੀ ਤੱਕ, ਕੰਟਰੀ ਤੋਂ ਲੈ ਕੇ ਵਰਲਡ ਤੱਕ, ਪੂਰੀ ਦੁਨੀਆ, ਪੂਰਾ ਗਲੋਬਲ, ਪੂਰਾ ਸੰਸਾਰ ਵੈਰੀ ਹੈ। ਤੇ ਗੁਰੂ ਸਾਹਿਬ ਜੀ ਨੇ 550 ਸਾਲ ਪਹਿਲਾਂ ਕਹਿਤਾ ਸੀ ਵੀ ਸੰਸਾਰ ਠੀਕ ਉਦਣ ਹੋਊਗਾ ਜਿੱਦਣ ਨਿਰਵੈਰ ਹੋਊਗਾ। ਅੱਛਾ, ਵੈਰ ਵੀ ਇਦਾਂ ਦਾ, ਗੱਲ ਫਿਰ ਲੰਬੀ ਹੋਊਗੀ। ਨਿਰਵੈਰ ਤੇ ਵੈਰ, ਸਾਡੇ ਵੈਰ ਬੜੇ ਅਜੀਬ ਨੇ। ਗੁਰੂ ਸਾਹਿਬ ਜੀ ਕਹਿੰਦੇ ਤੂੰ ਵੈਰ ਵੀ ਕਰਿਆ ਕਰ, ਕੋਈ ਗੱਲ ਨਹੀਂ, ਪਰ ਵੈਰ ਕਰ ਤੇ ਉੱਥੇ ਜਿੱਥੇ ਕਰਨਾ ਬਣਦਾ ਆ। ਤੂੰ ਤਾਂ ਵੈਰ ਹੀ ਉੱਥੇ ਕਰ ਰਿਹਾ ਜਿੱਥੇ ਮਤਲਬ ਹੀ ਕੋਈ ਨਹੀਂ ਬਣਦਾ ਵੈਰ ਕਰਨ ਦਾ। ਅਸੀਂ ਘਰ ਦੇ ਮੈਂਬਰ ਨਾਲ ਗੁੱਸੇ ਹੋ ਕੇ ਕਹਿੰਦੇ ਆ ਮੈਂ ਰੋਟੀ ਨਹੀਂ ਖਾਣੀ, ਇਹ ਕੀ ਹੈ? ਕਾਹਦਾ ਗੁੱਸਾ ਹੈ ਉੱਥੇ? ਸਰਜੂਗਾ ਏਦਾਂ? ਮੈਨੂੰ ਬੁਲਾਈ ਨਾ ਅੱਜ ਤੋਂ ਬਾਅਦ, ਸਰਜੂ ਬੁਲਾਉਣ ਤੋਂ ਬਿਨਾਂ? ਪਤੀ ਪਤਨੀ ਨੇ, ਮਾਂ ਪੁੱਤ ਨੇ, ਮਾਂ ਧੀ ਹੈ, ਪਿਓ ਪੁੱਤ ਹੈ, ਮਾਂ ਪੁੱਤ ਨੇ, ਦਰਾਣੀ ਜਠਾਣੀ ਹੈ, ਸਰਜੂਗਾ ਏਦਾਂ? ਤੇ ਜੇ ਸਰਨਾ ਹੀ ਨਹੀਂ ਫਿਰ ਇਹ ਗੱਲ ਕਿਉਂ ਕਹਿ ਰਹੇ ਆ? ਕਿਉਂਕਿ ਵੈਰ ਹੈ ਅੰਦਰ। ਉਹਨੇ ਅੰਦਰੋਂ ਉਬਾਲਾ ਮਾਰਿਆ ਵੀ ਬੰਦ ਕਰ ਇਹਦੇ ਨਾਲ ਬੋਲਣਾ, ਨਹੀਂ ਗੱਲ ਕਰਨੀ ਇਹਦੇ ਨਾਲ। ਔਰ ਅਸੀਂ ਇੰਨੇ ਵੈਰੀ ਹਾਂ। ਫਿਰ ਕਈ ਵਾਰ ਅਸੀਂ ਮੰਨ ਲਓ ਨੌਂ ਦੀ ਸੱਸ ਨਾਲ ਮਾੜੀ ਮੋਟੀ, ਇਹ ਤਾਂ ਵੈਸੇ ਰਿਸ਼ਤਾ ਹੀ ਇੱਦਾਂ ਦਾ ਬਣਾਤਾ ਅੱਜ ਕੱਲ੍ਹ ਵੀ ਰੱਬ ਹੀ ਰਾਖਾ, ਪਰ ਮੈਂ ਉੱਧਰ ਜਾਣਾ ਨਹੀਂ ਚਾਹੁੰਦਾ ਹੁਣ ਕਿਉਂਕਿ ਟਾਈਮ ਨਹੀਂ ਹੈ। ਨੌਂ ਦੀ ਸੱਸ ਨਾਲ ਬਣਦੀ ਨਹੀਂ। ਕਿਉਂ ਨਹੀਂ ਬਣਦੀ? ਕਿਉਂਕਿ ਦੋਵਾਂ ਦੇ ਅੰਦਰ ਹੀ ਵੈਰ ਹੈ। ਮੈਂ ਕਿਸੇ ਇੱਕ ਨੂੰ ਨਾ ਤਾਂ ਕੋਈ ਇੱਦਾਂ ਕਲੈਰੀਫਿਕੇਸ਼ਨ ਹੀ ਦੇਣੀ ਚਾਹੁੰਦਾ ਕਿਸੇ ਇੱਕ ਦੀ, ਤੇ ਨਾ ਮੈਂ ਇਹ ਕਹਿਣਾ ਵੀ ਇੱਕ ਦੋਸ਼ੀ ਹੈ, ਦੋਵੇਂ ਹੀ ਦੋਸ਼ੀ ਨੇ ਥੋੜ੍ਹੇ ਥੋੜ੍ਹੇ। ਸਿਆਣੇ ਕਹਿੰਦੇ ਹੁੰਦੇ ਨੇ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਦੋਵਾਂ ਨਾਲ ਹੀ ਵੱਜਦੀ ਹੈ। ਹਾਂ, ਕਿਤੇ ਇੱਕ ਹੱਥ ਕਾਲਾ ਹੋ ਜਾਂਦਾ ਹੈ, ਦੂਜਾ ਢਿੱਲਾ ਹੁੰਦਾ ਹੈ, ਪਰ ਯੋਗਦਾਨ ਥੋੜ੍ਹਾ ਬਹੁਤਾ ਦੋਵਾਂ ਦਾ ਹੀ ਹੁੰਦਾ। ਹੁਣ ਗੁਰੂ ਸਾਹਿਬ ਨੇ ਜਿਹੜੀ ਗੱਲ ਸਿਖਾਈ ਉਹਨੂੰ ਸਮਝਣਾ ਆ ਥੋੜ੍ਹੇ ਜਿਹੇ ਧਿਆਨ ਨਾਲ। ਕੀ ਹੋਏਗਾ? ਅਸੀਂ ਕੀ ਕੀਤਾ? ਵੈਰ ਕਰ ਲਿਆ। ਨੌਂ ਨੇ ਸੱਸ ਨੂੰ ਬੁਲਾਉਣਾ ਬੰਦ ਕਰਤਾ। ਕੋਈ ਗੱਲ ਨਹੀਂ, 2 ਦਿਨ ਨਹੀਂ ਬੋਲਣਾ, 3 ਦਿਨ ਨਹੀਂ ਬੋਲਣਾ, ਅਖੀਰ ਤੇ ਬੋਲਣਾ ਹੀ ਪੈਣਾ। ਪਰ ਹੈਰਾਨਗੀ ਉਦੋਂ ਹੋਈ ਜਦੋਂ ਉਹਨੇ ਪੁੱਤ ਦਾ ਗੁੱਟ ਫੜ ਕੇ ਵੀ ਕਿਹਾ ਵੀ ਦਾਦੀ ਲਾਗੇ ਬਹਿਣਾ ਨਹੀਂ। ਇਹ ਕੀ ਹੈ? ਠੀਕ ਹੈ ਤੁਸੀਂ ਨਹੀਂ ਬੋਲਣਾ, ਕੋਈ ਗੱਲ ਨਹੀਂ, ਬੋਲਣ ਬਿਨਾਂ ਸਰਨਾ ਤੇ ਹੈ ਨਹੀਂ, ਪਰ ਤੁਸੀਂ ਨਿੱਕੇ ਜਿਹੇ ਬੱਚੇ ਦਾ ਗੁੱਟ ਫੜ ਕੇ ਖਿੱਚ ਕੇ ਬਿਠਾ ਲਿਆ ਵੀ ਗੱਲ ਨਹੀਂ ਕਰਨੀ ਦਾਦੀ ਨਾਲ, ਤੂੰ ਉਹਦੇ ਲਾਗੇ ਨਹੀਂ ਜਾਣਾ। ਤੁਹਾਨੂੰ ਪਤਾ ਤੁਸੀਂ ਕਿੱਧਰ ਨੂੰ ਤੋਰ ਲਿਆ ਆਪਣੀ ਪੀੜ੍ਹੀ ਨੂੰ। ਤੁਸੀਂ ਤੇ ਅੰਦਾਜ਼, ਤੁਹਾਨੂੰ ਤੇ ਇੰਨਾ ਹੀ ਲੱਗਾ ਵੀ ਮੈਨੂੰ ਗੁੱਸਾ ਆਇਆ ਤੇ ਮੈਂ ਨਹੀਂ ਬੋਲਣਾ, ਤੇ ਇਹ ਕਿਉਂ ਚੱਲਿਆ ਉੱਥੇ, ਜਾਂ ਇਹ ਕਿਉਂ ਚੱਲੀ ਹੈ। ਪਰ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਨਿੱਕੀ ਜਿਹੀ ਇੱਕ ਸੂਖਸ਼ਮ ਕੜੀ ਏਡੀ ਵੱਡੀ ਜੋੜਤੀ। ਇਹਨੇ ਹਮੇਸ਼ਾ ਇਹ ਗੱਲ ਆਪਣੇ ਦਿਲ ਵਿੱਚ ਪੱਕੀ ਕਰ ਲੈਣੀ ਹੈ ਵੀ ਜਿਹਦੇ ਨਾਲ ਨਹੀਂ ਬੋਲੀਦਾ ਉਹਦੇ ਬਾਰੇ ਕੁਝ ਵੀ ਚੰਗਾ ਨਹੀਂ ਸੋਚੀਦਾ। ਐਵੇਂ ਸਮਾਜ ਨਹੀਂ ਕਰਪਟ ਹੁੰਦਾ ਕਦੇ ਵੀ। ਵੀਰ ਜੀ ਦੀ ਬੜੀ ਪਿਆਰੀ ਗੱਲ ਹੈ,
ਵੀਰ ਜੀ ਹੋਣੀ ਜਿਹੜੀ ਗੱਲ ਵੀ ਐਜੂਕੇਸ਼ਨ ਮੈਨੂੰ ਲੱਗਦਾ ਕਹਿੰਦੇ ਲੋੜ ਨਹੀਂ ਹੈ। ਠੀਕ ਹੈ, ਐਜੂਕੇਸ਼ਨ ਨਾਲ ਸਮਾਜ ਸਿਆਣਾ ਨਹੀਂ ਹੁੰਦਾ, ਇਹ ਗੱਲ ਪੱਕੀ ਹੈ। ਕਿਉਂਕਿ ਇਹ ਤੁਸੀਂ ਵੀ ਸਾਰੇ ਸਹਿਮਤ ਹੋਣੇ ਆ ਵੀ ਅੱਜ ਤੋਂ 500 ਸਾਲ ਪਹਿਲਾਂ 100 ਸਾਲ ਪਹਿਲਾਂ ਆਪਣੇ ਬਜ਼ੁਰਗ ਜਿਹੜੇ ਤੁਹਾਡੇ ਦਾਦੇ ਦਾਦੀਆਂ ਸਨ ਇੰਨੇ ਪੜ੍ਹੇ ਲਿਖੇ ਨਹੀਂ ਸਨ, ਪਰ ਘਰਾਂ ਦੇ ਮਾਹੌਲ ਕਿੰਨੇ ਕਮਾਲ ਦੇ ਸਨ। ਅੱਜ ਅਸੀਂ ਪੜ੍ਹੇ ਲਿਖੇ ਉਹਨਾਂ ਨਾਲੋਂ ਜ਼ਿਆਦਾ ਆ, ਪਰ ਸਾਡੇ ਘਰਾਂ ਦੇ ਮਾਹੌਲ ਵਧੀਆ। ਇਹਦਾ ਮਤਲਬ ਐਜੂਕੇਸ਼ਨ ਨੇ ਵਧੀਆ ਮਾਹੌਲ ਕ੍ਰੀਏਟ ਨਹੀਂ ਕੀਤਾ ਘਰ ਵਿੱਚ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਵੀ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ। ਐਜੂਕੇਸ਼ਨ ਦਾ ਮਤਲਬ ਹੀ ਹੈ, ਮੈਂ ਗੱਲ ਕਰ ਰਿਹਾ ਤੇ ਤੁਸੀਂ ਸਾਰੇ ਸੁਣ ਰਹੇ ਹੋ। ਜੇ ਐਜੂਕੇਸ਼ਨ ਨਾ ਹੁੰਦੀ ਆ, ਮਾਈਕ ਨਾ ਹੁੰਦਾ, ਤੇ ਸ਼ਾਇਦ ਮੈਂ ਤੁਹਾਡੇ ਤੱਕ ਇਹ ਗੱਲ ਨਾ ਪਹੁੰਚਾ ਸਕਦਾ। ਇਹ ਵੀ ਐਜੂਕੇਸ਼ਨ ਦਾ ਹਿੱਸਾ ਆ, ਪਾਰਟ ਹੈ ਇੱਕ ਐਜੂਕੇਸ਼ਨ ਦਾ। ਆ ਐਜੂਕੇਸ਼ਨ ਦਾ ਇੱਕ ਪਾਰਟ ਹੈ। ਅਸੀਂ ਇੱਥੇ ਰਿਕਾਰਡ ਕਰ ਰਹੇ ਹਾਂ, ਤੁਸੀਂ ਇੰਨੇ ਬੈਠੇ ਹੋ, ਪਤਾ ਨਹੀਂ ਇਹ ਕਿੰਨਿਆਂ ਤੱਕ ਪਹੁੰਚ ਜਾਣੀ ਹੈ। ਹੁਣ ਹੋ ਸਕਦਾ ਉਹ ਨਾ ਆਉਂਦੇ ਇੱਥੇ, ਕਦੀ ਵੀ ਨਾ ਆਉਣ, ਤੇ ਉਹਨਾਂ ਤੱਕ ਇਹ ਗੱਲ ਨਹੀਂ ਸੀ ਪਹੁੰਚਣੀ। ਸੋ ਐਜੂਕੇਸ਼ਨ ਗਲਤ ਨਹੀਂ ਹੁੰਦੀ, ਐਜੂਕੇਸ਼ਨ ਦੀ ਲੋੜ ਬਿਲਕੁਲ ਨਹੀਂ ਹੁੰਦੀ, ਇਹ ਨਹੀਂ ਹੈ। ਐਜੂਕੇਸ਼ਨ ਹੁੰਦੀ ਹੈ ਸਿਫੜ ਵਾਂਗ, ਜੀਰਵਾਂ ਦੇ ਵਾਂਗ। ਤੁਸੀਂ ਬੋਰਡ ਤੇ ਜੀਰਵਾਂ ਵਾਹ ਦਿਓ, 1 2 3 4 10 50 100 1000 500 ਜ਼ੀਰੋ ਵਾਹ ਦਿਓ, ਉਹਦੀ ਜ਼ੀਰੋ ਦੀ ਕੋਈ ਵੈਲਿਊ ਨਹੀਂ ਹੁੰਦੀ। ਪਰ ਉਹਦੇ ਨਾਲ ਇੱਕ ਅੰਕ ਪਾ ਦਿਓ ਨਾ, ਜਦੋਂ ਇੱਕ ਅੰਕ ਲਿਖ ਦਿਓ, ਮੰਨ ਲਓ ਬੋਰਡ ਤੇ 3 ਜ਼ੀਰੋਆਂ ਵਗੀਆਂ ਨੇ, ਹੁਣ ਤੁਹਾਨੂੰ ਕੋਈ ਪੁੱਛੇ ਉਹ ਕੀ ਹੈ, ਜ਼ੀਰੋ ਹੈ। ਤੁਸੀਂ ਕਹੋ 2 ਜ਼ੀਰੋਆਂ ਨੇ, ਉਹ ਕਹੋ 2 ਨਹੀਂ 3 ਨਹੀਂ 4 ਭਾਵੇਂ 50 ਪਾ ਲਾ, ਪਰ ਰਹਿਣੀਆਂ ਇਹ ਜ਼ੀਰੋ ਦੀਆਂ ਜ਼ੀਰੋ ਹੀ ਨੇ। ਪਰ ਜ਼ੀਰੋ ਇੱਕ ਵੀ ਪਈ ਹੋਵੇ, ਐਜੂਕੇਸ਼ਨ ਥੋੜ੍ਹੀ ਜਿਹੀ ਵੀ ਹੋਵੇ, ਜੇ ਨਾਲ ਕਿਤੇ ਧਰਮ ਦਾ ਇੱਕ ਅੰਕ ਪੈ ਜਾਏ, ਫਿਰ ਉਹ 10 ਹੋ ਜਾਂਦਾ, ਫਿਰ ਉਹਦੇ ਨਾਲ ਇੱਕ ਜ਼ੀਰੋ ਪੈ ਜਾਏ, ਫਿਰ ਉਹ 100 ਹੋ ਜਾਂਦਾ, ਫਿਰ 1000 ਹੋ ਜਾਂਦਾ। ਸੋ ਐਜੂਕੇਸ਼ਨ ਦੀ ਲੋੜ ਨਹੀਂ ਹੈ, ਇਹ ਗੱਲ ਮੈਨੂੰ ਲੱਗਦਾ ਠੀਕ ਨਹੀਂ ਹੈ। ਇਹ ਗੱਲ ਤੇ ਜ਼ੋਰ ਜ਼ਰੂਰ ਦਈਏ ਵੀ ਐਜੂਕੇਸ਼ਨ ਉਦੋਂ ਹੀ ਕੰਮ ਆਏਗੀ, ਵਿੱਦਿਆ ਵਿਚਾਰੀ ਤਾਂ, ਵਿੱਦਿਆ ਦਾ ਵਿਚਾਰਵਾਨ ਤੂੰ ਹੈ ਹੀ ਤਾਂ ਜੇ। ਉੱਥੇ ਜੇ ਸ਼ਬਦ ਨਹੀਂ ਹੈ, ਪਰ ਵਿਸ਼ਰਾਮ ਇੱਥੇ ਦੇਣ ਦਾ ਮਤਲਬ, ਤਾਂ ਦਾ ਮਤਲਬ ਹੀ ਇਹ ਹੈ, ਤਾਂ ਮਤਲਬ ਜੇ। ਵਿੱਦਿਆ ਵਿਚਾਰੀ ਤਾਂ, ਮਹਾਰਾਜ ਕਦੋਂ ਕਹਿੰਦੇ, ਜਦੋਂ ਤੂੰ ਪਰਉਪਕਾਰੀ ਹੋ ਜਾਏਗਾ ਵਿੱਦਿਆ ਪੜ੍ਹ ਕੇ, ਤੇਰੇ ਹੱਥ ਵਿਚਲਾ ਪੈਨ ਇਨਸਾਫ ਕਰਨ ਲੱਗ ਜਾਊਗਾ। ਨਹੀਂ ਤਾਂ ਪੈਨ ਤਾਂ ਕਿਸੇ ਨਾ ਕਿਸੇ ਨੇ ਫੜਨਾ ਹੀ ਆ, ਤੁਸੀਂ ਨਹੀਂ ਫੜੋਗੇ, ਤੁਸੀਂ ਤੁਸੀਂ ਕਹੋ ਅਸੀਂ ਫੜਦੇ ਹੀ ਨਹੀਂ ਪੈਨ, ਉਹ ਤਾਂ ਕੋਈ ਨਾ ਕੋਈ ਤੇ ਫੜੂਗਾ ਹੀ ਨਾ ਪੈਨ। ਪੈਨ ਬਿਨਾਂ ਤਾਂ ਕੰਮ ਚੱਲਣਾ ਨਹੀਂ, ਕਿਉਂਕਿ ਦੁਨੀਆ ਸਫ਼ਰ ਤੇ ਨਿਕਲ ਤੁਰੀ ਹੈ, ਸੰਸਾਰ ਸਫ਼ਰ ਤੇ ਹੈ, ਤੇ ਇਹਨੇ ਰੁਕਣਾ ਨਹੀਂ। ਇਹਦੇ ਨਾਲ ਮਿਲ ਕੇ ਭੱਜਣਾ ਪੈਣਾ ਤੁਹਾਨੂੰ। ਸੰਸਾਰ ਸਫ਼ਰ ਤੇ ਹੈ, ਜੇ ਤੁਸੀਂ ਖੜ ਗਏ ਇੱਕ ਬੰਨੇ ਕੋਨੇ ਤੇ ਖਲੋ ਕੇ ਵੇਂਦੇ ਰਹੇ ਵੀ ਜੋ ਹੋਏਗਾ ਵੇਖੀ ਜਾਏਗੀ, ਫਿਰ ਨਹੀਂ ਤੁਹਾਨੂੰ ਸੰਸਾਰ ਫੜਿਆ ਜਾਣਾ। ਇਸ ਸੰਸਾਰ ਨੂੰ ਫੜਨ ਵਾਸਤੇ ਤਾਂ ਹੀ ਨਾ ਕਿਸੇ ਅਦੀਬ ਨੇ ਗੁਰੂ ਸਾਹਿਬ ਪਾਤਸ਼ਾਹ ਬਾਰੇ ਪਤਾ ਕੀ ਲਿਖਿਆ, ਉਹ ਕਹਿੰਦਾ ਉਹਦੇ ਹੱਥ ਵਿੱਚ ਬਾਜ, ਉਹਦੇ ਹੇਠ ਨੀਲਾ ਘੋੜਾ, ਉਹਦੀ ਉਮਰ ਬੜੀ ਥੋੜੀ। ਉਹ ਬਾਜਾਂ ਵਾਲੇ ਪਰ ਕਿੰਨੀ ਉਮਰ ਸੀ, 42 ਸਾਲ। ਮੈਨੂੰ ਲੱਗਦਾ ਆਪਣੇ 'ਚ ਬਹੁਤ ਸਾਰੇ ਬੰਦੇ ਵੀਰ ਭੈਣਾਂ 42 ਸਾਲ ਤੋਂ ਅੱਗੇ ਤੇ ਬੈਠੇ। ਉਹਦਾ ਸਫ਼ਰ ਬੜਾ ਲੰਮਾ, ਉਹਦੇ ਹੱਥ ਵਿੱਚ ਬਾਜ, ਉਹਦੇ ਹੇਠ ਨੀਲਾ ਘੋੜਾ, ਉਹਦਾ ਸਫ਼ਰ ਬਹੁਤ ਲੰਮਾ, ਤੇ ਉਹਦੇ ਕੋਲ ਸਮਾਂ ਬਹੁਤ ਥੋੜਾ, ਫਿਰ ਭੱਜਣਾ ਹੀ ਪਏਗਾ। ਸੋ ਐਜੂਕੇਸ਼ਨ ਹੋਣਾ ਬੜੀ ਚੰਗੀ ਗੱਲ ਹੈ। ਜਿਹੜੀਆਂ ਗੱਲਾਂ ਇਹ ਕਹੀਆਂ ਨਾ ਵੀ ਬਾਣੀ 'ਚੋਂ, ਮੈਂ ਕੀ ਕਿਹਾ ਸੀ, ਸੰਸਾਰ ਨੂੰ ਨਿਰੰਕਾਰ ਤੋਂ ਤੋੜਨ ਲਈ ਘੱਟੋ ਘੱਟ ਸਿੱਖ ਨੂੰ ਬਾਣੀ ਤੋਂ ਸਿਵਾਏ ਨਹੀਂ ਕੋਈ ਤੋੜ ਸਕਦਾ। ਸਾਨੂੰ ਕੀ ਕਿਹਾ, ਪੜ੍ਹਨ ਦੀ ਲੋੜ ਨਹੀਂ ਆ। ਇਹ ਖਤਰਨਾਕ ਸਟੇਟਮੈਂਟ ਹੈ, ਬੜੀ ਖਤਰਨਾਕ ਸਟੇਟਮੈਂਟ ਹੈ। ਕੋਈ ਇੱਦਾਂ ਕਹਿ ਦੇ ਬਾਣੀ 'ਚ ਲਿਖਿਆ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਠੀਕ ਹੈ, ਇਹ ਗੱਲ ਸਮਝ ਆਉਂਦੀ ਹੈ। ਉਹ ਕਿਸੇ ਕੰਸੈਪਟ ਵਿੱਚ ਹੈ ਗੱਲ, ਪੂਰਾ ਪ੍ਰਕਰਨ ਹੈ ਉੱਥੇ, ਤੇ ਉਸ ਪ੍ਰਕਰਨ ਵਿੱਚ ਜਦੋਂ ਮਹਾਰਾਜ ਨੇ ਗੱਲ ਕਹੀ, ਤੇ ਮਹਾਰਾਜ ਕਹਿੰਦੇ ਜੇ ਕੋਈ ਪੜ੍ਹਨ ਦਾ ਮਾਣ ਲੈ ਕੇ ਅਨਪੜ੍ਹ ਨੂੰ ਇਹ ਜਤਾਉਣਾ ਚਾਹਵੇ ਵੀ ਤੂੰ ਮੇਰੇ ਮੁਕਾਬਲੇ ਤੇ ਨਹੀਂ ਹੈ, ਇਹਦੇ ਨਾਲ ਫਰਕ ਨਹੀਂ ਪੈਂਦਾ। ਪਰ ਜੇ ਕੋਈ ਇਸ ਬੰਨੇ ਨੂੰ ਗੱਲ ਨੂੰ ਲੈ ਜਾਏ, ਤੇ ਫਿਰ ਤੁਹਾਨੂੰ ਸੋਚਣਾ ਪਏਗਾ, ਕਿਉਂਕਿ ਤੁਸੀਂ ਸਮਾਜ ਦੇ ਹਾਣੀ ਨਹੀਂ ਹੋ ਸਕੋਗੇ।
ਸੋ ਪੜ੍ਹਾਈ ਹੋਣਾ ਬੜੀ ਜ਼ਰੂਰੀ ਗੱਲ ਹੈ ਔਰ ਉਹ ਅਹਿਮ ਪਾਰਟ ਹੈ ਸਾਡੀ ਜ਼ਿੰਦਗੀ ਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬੜੇ ਧਿਆਨ ਨਾਲ ਸਮਝਣਾ। 3 ਪੱਖ ਮੈਂ ਤੁਹਾਡੇ ਸਾਹਮਣੇ ਰੱਖਿਆ, ਮੈਂ ਉਹਦੇ ਬਹੁਤੇ ਡਿਟੇਲ 'ਚ ਨਹੀਂ ਜਾ ਸਕਿਆ। ਇਹ ਗੱਲਾਂ ਤੁਹਾਨੂੰ ਬੜੀ ਗੰਭੀਰਤਾ ਨਾਲ ਅੱਜ ਸੋਚਣੀਆਂ ਪੈਣੀਆਂ। ਅਸੀਂ ਜਿਵੇਂ ਵੀਰ ਜੀ ਹੋਣਾ ਨੇ ਕਿਹਾ ਨਾ, ਮਾਡਰਨ ਪੜ੍ਹਾਈ ਹੈ ਜਿਹੜੀ, ਜਿਹਨੂੰ ਮਾਡਰਨਿਟੀ ਕਹਿ ਰਹੇ ਹਾਂ ਅਸੀਂ, ਜਿਹਨੂੰ ਸੰਸਾਰ ਨੇ ਐਜੂਕੇਸ਼ਨ ਕਿਹਾ, ਮੁਸ਼ਕਿਲ ਕਿੱਥੇ ਪੈਦਾ ਹੋਈ? ਕਿਉਂਕਿ ਅਸੀਂ ਐਜੂਕੇਸ਼ਨ ਨੂੰ ਕਮਾਈ ਨਾਲ ਜੋੜ ਲਿਆ। ਸਾਡਾ ਪੜ੍ਹਾਈ ਦਾ ਸੰਬੰਧ ਜੁੜ ਗਿਆ ਕਮਾਈ ਨਾਲ, ਪੈਸੇ ਨਾਲ। ਇਨਕਮ ਦਾ ਸੋਰਸ ਕਮਾਈ ਹੋ ਗਈ। ਇਹ ਗਲਤ ਹੈ। ਪੜ੍ਹਾਈ ਨੇ ਮਨੁੱਖ ਬਣਾਉਣਾ ਹੈ, ਮਨੁੱਖ ਨੇ ਆਪਣੀ ਪੇਟ ਪੂਰਤੀ ਲਈ ਸਾਧਨ ਪੈਦਾ ਕਰਨੇ ਆ। ਜੇ ਪੜ੍ਹਾਈ ਕਮਾਈ ਬਣੇਗੀ ਨਾ, ਫਿਰ ਤੇ ਕਿਡਨੀਆਂ ਵੀ ਵੇਚੀਆਂ ਜਾਣਗੀਆਂ, ਫਿਰ ਗੁਰਦੇ ਵੀ ਵਿਕਣਗੇ, ਫਿਰ ਤਾਂ ਫਾਈਲਾਂ ਵੀ ਵਿਕਣਗੀਆਂ, ਫਿਰ ਤਾਂ ਮੁਰਦਿਆਂ ਦੇ ਸੌਦੇ ਵੀ ਹੋਣਗੇ। ਕਿਉਂਕਿ ਪੜ੍ਹਾਈ ਦਾ ਰੀਜ਼ਨ ਜਿਹੜਾ ਦੇ ਦਿੱਤਾ ਨਾ ਅਸੀਂ, ਉਹ ਕਮਾਈ ਦੇ ਦਿੱਤਾ। ਸਾਡੇ ਗੁਰੂ ਸਾਹਿਬ ਜੀ ਨੇ ਵੀ ਪੜ੍ਹਾਈ ਦਾ ਰੀਜ਼ਨ ਦਿੱਤਾ ਵੀ ਪੜ੍ਹਾਈ ਮਤਲਬ ਪਰਉਪਕਾਰੀ ਹੋਣਾ। ਪੜ੍ਹਾਈ ਕਰੋ, ਪਰਉਪਕਾਰੀ ਹੋ, ਵੱਡੇ ਅਹੁਦੇ ਤੇ ਪਹੁੰਚੋ, ਵੱਡੀ ਪੋਸਟ ਤੇ ਪਹੁੰਚੋ, ਤੇ ਨਾਲ ਧਰਮ ਦਾ ਅੰਕ ਲੈ ਕੇ ਜਾਓ, ਤੇ ਉਸ ਪੋਸਟ ਤੇ ਬਹਿ ਕੇ ਇਹ ਦੱਸੋ ਵੀ ਆਹ ਹੁੰਦੀ ਹੈ, ਅਸਲ 'ਚ ਇੱਦਾਂ ਚੱਲਦੀ ਹੈ ਪੋਸਟ, ਆਹ ਆ ਮਤਲਬ ਇਹਦਾ। ਸਾਡੇ ਗੁਰੂ ਸਾਹਿਬਾਨਾਂ ਨੇ ਇਹੀ ਕੀਤਾ। ਸਾਡੇ ਗੁਰੂ ਸਾਹਿਬਾਨ ਨੇ ਇਦਾਂ ਕਰਕੇ ਵਿਖਾਇਆ। ਬਾਬੇ ਨੇ ਪਾਸੇ ਖਲੋ ਕੇ ਰਾਇਆਂ ਨਹੀਂ ਦਿੱਤੀਆਂ। ਬਾਬੇ ਨੇ ਜਦੋਂ ਕਿਹਾ ਨਾ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਤੇ ਬੜਿਆਂ ਨੇ ਕਿਹਾ ਹੋਣਾ ਬਾਬਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਜਦੋਂ ਰਾਜੇ ਬਣੀਏ ਫਿਰ ਪਤਾ ਲੱਗਦਾ। ਜਿਵੇਂ ਆਮ ਹੀ ਆਉਂਦਾ ਨਾ, ਆਪਾਂ ਬਹਿ ਕੇ ਗੱਲ ਕਰ ਲਈਏ, ਸਾਨੂੰ ਕੋਈ ਕਹਿ ਸਕਦਾ ਵੀ ਭਾਈ ਸਾਹਿਬ ਜੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਜਦੋਂ ਸਿਰ ਤੇ ਪਵੇ ਫਿਰ ਪਤਾ ਲੱਗਦਾ। ਬਾਬੇ ਨੇ ਕਿਹਾ ਅੱਜ ਗੱਲ ਕਰ ਰਿਹਾ, ਕੱਲ ਨੂੰ ਇਹ ਸਿਰ ਤੇ ਪੈ ਗਈ ਤੇ ਤੁਹਾਨੂੰ ਕਰਕੇ ਵੀ ਵਿਖਾਵਾਂਗੇ। ਔਰ ਐਸਾ ਹੀ ਹੋਇਆ। ਸੋ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਘਾੜਤ ਘੜ ਕੇ ਦੱਸੀ ਹੈ। ਇਹਨਾਂ 3 ਚੀਜ਼ਾਂ ਨੂੰ ਬੜੇ ਧਿਆਨ ਨਾਲ ਸਮਝ ਲਿਓ। ਫਿਰ ਕਿਤੇ ਵਕਤ ਬਣਿਆ, ਫਿਰ ਕਿਤੇ ਸਬੱਬ ਬਣਿਆ, ਆਪਾਂ ਇਹਨਾਂ ਚੀਜ਼ਾਂ ਨੂੰ, ਹੋਰ ਬਹੁਤ ਕੁਝ ਆ ਵਾਚਣ ਵਾਲਾ, ਬਹੁਤ ਕੁਝ ਸਮਝਣ ਵਾਲਾ ਆ। ਮੇਰਾ ਛੋਟਾ ਵੀਰ ਲਖਵਿੰਦਰ ਸਿੰਘ ਤੁਹਾਡੇ ਕੋਲ ਇੱਥੇ ਬਾਣੀ ਦੀ ਸੇਵਾ ਕਰਦਾ, ਤੇ ਇਹ ਵੀ ਗੱਲ ਜੇ ਮੈਂ ਕਹਾਂ ਤੇ ਮੈਨੂੰ ਲੱਗਦਾ ਕੋਈ ਅਤਕਥਨੀ ਨਹੀਂ ਹੋਣੀ। ਬਹੁਤ ਘੱਟ ਗੁਰਦੁਆਰੇ ਨੇ, ਬਹੁਤ ਘੱਟ ਥਾਂ ਨੇ ਜਿੱਥੇ ਅਸੀਂ ਬਹਿ ਕੇ ਇਹ ਗੱਲਾਂ ਕਰ ਸਕਦੇ ਹਾਂ। ਅਦਰਵਾਈਜ਼ ਗੁਰਦੁਆਰੇ ਵੀ ਅੱਜ ਸਮਝ ਦੀ ਜਗ੍ਹਾ ਤੇ ਕਮਾਈ ਵਾਲੀ ਰੇਸ਼ ਵਿੱਚ ਹੋ ਗਏ ਨੇ। ਗੁਰਦੁਆਰਿਆਂ ਦਾ ਮਤਲਬ ਅੱਜ ਕਮਾਈ ਦਾ ਸਾਧਨ ਹੋ ਗਿਆ। ਜਿੰਨੇ ਇਹ ਦੱਸਣਾ ਸੀ ਨਾ ਵੀ ਤੁਸੀਂ ਕਮਾਈਆਂ ਲਈ ਨਹੀਂ ਪੜ੍ਹਾਈਆਂ ਕਰ ਰਹੇ, ਜਦੋਂ ਉਹ ਆਪ ਹੀ ਕਮਾਈ ਵਾਲੇ ਬੰਨੇ ਤੁਰ ਪੈਣਗੇ, ਫਿਰ ਆਮ ਜੱਗ ਦਾ ਕੀ ਹੋਏਗਾ? ਸੋ ਇਹ ਗੱਲਾਂ ਬੜੇ ਗੌਰ ਨਾਲ, ਬੜੀ ਬਰੀਕੀ ਨਾਲ ਸਮਝਣ ਦੀ ਲੋੜ ਆ। ਜੇ ਤੁਹਾਡੇ 'ਚੋਂ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ, ਤੁਸੀਂ ਕਰ ਸਕਦੇ ਹੋ, ਤੇ ਆਪਾਂ ਨਹੀਂ ਤੇ ਇੱਥੇ ਹੀ ਸਮਾਪਤੀ ਵਾਲੇ ਬੰਨੇ ਵਧਾਂਗੇ। ਹਾਂਜੀ ਵੀਰ ਜੀ। ਬਿਲਕੁਲ ਬਿਲकुल ਬਿਲकुल। अर्थ मिलिया कि रब एक है, ते एक अर्थ मैनू जो समझ आया, जिस अर्थ मैनू वो हैगा कि ये सब कुछ ही एक है। तो ही मोही मोही तो ही अंतर कैसा कटक कटे चल तरन। नहीं, एक चीज़ ਨੂੰ ਧਿਆਨ ਨਾਲ, ਤੁਸੀਂ ਨਾ ਸ਼ਬਦ 2 ਵਰਤ ਰਹੇ ਆ, ਗੱਲ ਇੱਕੋ ਹੀ ਕਰ ਰਹੇ ਆ। ਤੁਸੀਂ ਸ਼ਬਦ 2 ਵਰਤ ਰਹੇ ਆ ਤੇ ਗੱਲ ਇੱਕੋ ਹੀ ਕਰ ਰਹੇ ਆ। ਕੁਝ ਸੋਸ਼ਲ ਮੀਡੀਆ ਨੇ ਫਾਇਦਾ ਕੀਤਾ ਤੇ ਕੁਝ ਸੋਸ਼ਲ ਮੀਡੀਆ ਨੇ ਨੁਕਸਾਨ ਕੀਤਾ। ਮੈਂ ਇੱਕ ਵਾਰ ਕਿਹਾ ਸੀ ਵੀ ਜਿਹੜੇ ਸੋਸ਼ਲ ਮੀਡੀਆ ਦੀ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਨਾ ਵੀ ਸਾਡੇ ਕੋਲ ਸੋਸ਼ਲ ਮੀਡੀਆ ਆਇਆ, ਇੱਕ ਦਿਨ ਤੁਹਾਨੂੰ ਕਹਿਣਾ ਪੈਣਾ ਵੀ ਇਸ ਸੋਸ਼ਲ ਮੀਡੀਆ ਕਰਕੇ ਤਬਾਹ ਹੋਏ ਹਾਂ ਅਸੀਂ। ਵੈਸੇ ਤਾਂ ਲਗਭਗ ਹੋ ਗਿਆ, ਬਹੁਤੀਆਂ ਚੀਜ਼ਾਂ ਤਾਂ ਇੱਥੇ ਆ ਗਈਆਂ ਨੇ, ਪਰ ਫਿਰ ਵੀ ਜਿਹੜੀ ਗੱਲ ਆਪਾਂ ਪਹਿਲਾਂ ਸ਼ੁਰੂ ਕੀਤੀ ਸੀ ਵੀ ਛੱਡ ਕੇ ਨਹੀਂ ਸਰਨਾ,
ਹੁਣ ਜੇ ਤੁਹਾਨੂੰ ਕੋਈ ਕਹੇ ਵੀ ਤੁਸੀਂ ਅੱਜ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਾਣਾ ਬੰਦ ਕਰ ਦਿਓ, ਤੇ ਆਪਾਂ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਪੋਸੀਬਿਲਿਟੀ ਹੈ ਨਹੀਂ। ਹੁਣ ਤੁਸੀਂ ਗੱਲ ਦੋ ਨਹੀਂ ਕਰ ਰਹੇ, ਗੱਲ ਇੱਕ ਕਰ ਰਹੇ, ਔਰ ਉਹਨੂੰ ਦੋ ਤਰੀਕਿਆਂ ਨਾਲ ਕਰ ਰਹੇ ਆ। ਹੁਣ ਕੀ ਹੋਇਆ, ਇੱਕ ਤਰੀਕੇ ਨਾਲ ਗੱਲ ਪਹਿਲਾਂ ਕਿਸੇ ਨੇ ਕੀਤੀ ਤੇ ਦੂਜੇ ਬੰਦੇ ਨੂੰ ਲੱਗਿਆ ਵੀ ਜੇ ਮੈਂ ਇਹੋ ਹੀ ਗੱਲ ਕਰੂੰਗਾ ਤੇ ਮੈਂ ਇਸੇ ਹੀ ਧਿਰ ਦਾ ਬੰਦਾ ਹੋਊਂਗਾ। ਧਿਆਨ ਨਾਲ ਸਮਝਿਓ ਮੇਰੀ ਗੱਲ, ਪ੍ਰੋਬਲਮਾਂ ਕਿਵੇਂ ਪੈਦਾ ਹੁੰਦੀਆਂ ਆ। ਇੱਕ ਗੱਲ ਕਿਸੇ ਦੂਜੇ ਬੰਦੇ ਨੇ ਕੀਤੀ ਔਰ ਉਹ ਗੱਲ ਲੋਕਾਂ ਤੱਕ ਪਹੁੰਚੀ ਤੇ ਦੂਜੇ ਨੂੰ ਲੱਗਿਆ ਵੀ ਜੇ ਮੈਂ ਇਹੋ ਹੀ ਕਰੂੰਗਾ ਤੇ ਫਿਰ ਮੈਂ ਇਹਨਾਂ ਵਰਗਾ ਹੀ ਹੋਊਂਗਾ। ਮੈਂ ਆਪਣੇ ਆਪ ਨੂੰ ਅਲੱਗ ਬਣਾਉਣ ਵਾਸਤੇ, ਮੈਂ ਅਲੱਗ ਘੋਸ਼ਿਤ ਕਰਨ ਵਾਸਤੇ ਉਹਦੇ 'ਚ ਸ਼ਬਦਾਂ ਦਾ ਜਾਲ ਪਾਇਆ। ਦੋ ਚੀਜ਼ਾਂ ਜਿਵੇਂ ਵੀਰੇ ਨੇ ਕਹੀਆਂ, ਇਹ ਵੀਰਾ ਕਹਿੰਦਾ ਇੱਕ ਦੇ ਅਰਥ ਮੈਂ ਸਮਝਿਆ ਵੀ ਪਰਮਾਤਮਾ ਇੱਕ ਹੈ, ਤੇ ਇੱਕ ਦੇ ਅਰਥ ਮੈਂ ਸਮਝਿਆ ਵੀ ਸਾਰਾ ਕੁਝ ਹੀ ਇੱਕ ਹੈ। ਇਹ ਦੋ ਕਿੱਦਾਂ ਹੋ ਗਈਆਂ ਗੱਲਾਂ? ਤੇ ਇੱਕ ਹੀ ਹੈ। ਜਦੋਂ ਅਸੀਂ ਇੱਕ ਕਿਹਾ ਪਰਮਾਤਮਾ ਇੱਕ ਹੈ, ਤੇ ਫਿਰ ਗੁਰੂ ਸਾਹਿਬ ਜੀ ਨੇ ਕਿਹਾ ਕਿੱਥੇ ਹੈ? ਕਹਿੰਦੇ ਸਾਰੇ ਥਾਂ ਤੇ ਹੀ ਹੈ। ਦੋ ਨਹੀਂ ਆ, ਪਰ ਪਹਿਲੇ ਵਾਲੇ ਨਾਲ ਸਾਡੀ ਬਣਦੀ ਨਹੀਂ। ਹੁਣ ਜਿਵੇਂ ਆਮ ਕਰਕੇ ਨਾ ਸਾਡੇ ਘਰਾਂ 'ਚ ਐਗਜ਼ਾਮਪਲ ਦੇ ਦੇਣਾ ਤੁਹਾਨੂੰ, ਚਾਰ ਬੰਦਿਆਂ 'ਚ ਕੋਈ ਬੰਦਾ ਬੈਠਾ ਸੀ, ਬੰਦਾ ਸੀ ਸਿਆਣਾ, ਉਹ ਕਹਿੰਦੇ ਵੀ ਸਹਿਆ ਸਮਝਦੇ ਹੋ ਸਾਰੇ? ਸਹਿਆ ਸਮਝ ਆਉਂਦਾ ਤੁਹਾਨੂੰ ਸਾਰਿਆਂ ਨੂੰ? ਸਹਿਆ ਨਹੀਂ ਆਉਂਦਾ? ਚਲੋ ਕੁੱਤਾ ਕਰ ਲੈਨੇ ਆਪਾਂ, ਕੁੱਤਾ ਸਮਝ ਆਉਂਦਾ ਨਾ ਸਾਰਿਆਂ ਨੂੰ? ਗੱਲ ਸਮਝਣੀ ਆਪਾਂ। ਉਹ ਚਾਰ ਬੰਦਿਆਂ 'ਚ ਬੈਠਾ ਸੀ ਤੇ ਉੱਥੇ ਸਵਾਲ ਕੀਤਾ ਕਿਸੇ ਨੇ ਵੀ ਕੁੱਤੇ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ, ਤੇ ਉਹ ਨਾ ਫਟਾਫਟ ਪਹਿਲਾਂ ਹੀ ਬੋਲ, ਕਈਆਂ ਬੰਦਿਆਂ ਨੂੰ ਆਦਤ ਹੁੰਦੀ ਹੈ ਜਿਵੇਂ ਪਹਿਲਾਂ, ਉਹ ਕਹਿੰਦਾ ਜੀ ਮੈਨੂੰ ਪਤਾ ਕਿੰਨੀਆਂ ਹੁੰਦੀਆਂ। ਕਹਿੰਦੇ ਕਿੰਨੀਆਂ? ਕਹਿੰਦਾ 5 ਲੱਤਾਂ ਹੁੰਦੀਆਂ। ਉਹ ਬਾਕੀ ਕਹਿੰਦੇ ਵੀ ਨਹੀਂ ਯਾਰ 5 ਥੋੜ੍ਹੀ ਹੁੰਦੀਆਂ ਨੇ, 4 ਹੁੰਦੀਆਂ। ਪਰ ਹੁਣ ਉਹ ਕਹਿ ਬੈਠਾ ਸੀ ਵੀ 5 ਹੁੰਦੀਆਂ ਨੇ। ਜੇ ਹੁਣ ਸ਼ਬਦ ਵਾਪਸ ਲੈਂਦਾ ਤੇ ਇਹਦਾ ਮਤਲਬ ਹੈ ਇਹ ਘੋਸ਼ਿਤ ਹੋ ਜਾਣੀ ਸੀ ਗੱਲ ਵੀ ਇਹਨੂੰ ਜਾਣਕਾਰੀ ਨਹੀਂ ਹੈ। ਸਭ ਤੋਂ ਵੱਡੀ ਪ੍ਰੋਬਲਮ ਅੱਜ ਦੇ ਬੰਦੇ ਦੀ ਹੈ ਵੀ ਅਸੀਂ ਇਹ ਨਹੀਂ ਮੰਨਣਾ ਚਾਹੁੰਦੇ ਵੀ ਮੈਨੂੰ ਪਤਾ ਨਹੀਂ ਹੈ, ਮੈਂ ਹੀ ਕਿਉਂ ਨਾ ਹੋਵਾਂ ਭਾਵੇਂ, ਕਿਉਂਕਿ ਮੇਰੇ ਵਾਸਤੇ ਇਹ ਮੰਨਣਾ ਸਭ ਤੋਂ ਵੱਡਾ ਗੁਨਾਹ ਹੋ ਗਿਆ ਵੀ ਮੈਨੂੰ ਪਤਾ ਨਹੀਂ ਹੈ। ਗੱਲ ਲੰਬੀ ਹੋਏਗੀ, ਥੋੜੀ ਜਿਹੀ 2-4 ਮਿੰਟ ਲਾਉਂਗਾ ਮੈਂ, ਵਾਪਸ ਆਉਣਾ। ਗੁਰੂ ਨਾਨਕ ਨੂੰ ਭੱਟਾਂ ਨੇ ਰੱਬ ਕਿਹਾ। ਗੁਰੂ ਨਾਨਕ ਸਾਹਿਬ ਜੀ ਨੂੰ ਭੱਟਾਂ ਨੇ ਕੀ ਕਿਹਾ? ਰੱਬ। ਗੁਰੂ ਅਰਜਨ ਸਾਹਿਬ ਜੀ ਨੂੰ ਭੱਟਾਂ ਨੇ ਕੀ ਕਿਹਾ? ਰੱਬ, ਪਰਮਾਤਮਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਕੀ ਕਿਹਾ? ਨਾਨਕ ਨੀਚ। ਇਹਦਾ ਵਿਸ਼ਰਾਮ ਇੱਥੇ ਹੀ ਲੱਗਦਾ ਆ, ਨਾਨਕ ਨੀਚ। ਨਾਨਕ ਨੀਚ ਕਹੇ ਵਿਚਾਰ ਨਹੀਂ ਹੈ। ਜੇ ਕਹਾਂਗੇ ਨਾਨਕ ਨੀਚ ਕਹੇ ਵਿਚਾਰ ਤੇ ਇਹਦੇ ਅਰਥ ਹੋ ਜਾਣਗੇ ਨਾਨਕ ਵਿਚਾਰ ਨੀਚ ਕਹਿੰਦਾ ਆ, ਪਰ ਨਾਨਕ ਆਪ ਤਾਂ ਨੀਚ ਮੰਨ ਰਿਹਾ ਪਰ ਉਹਦੇ ਵਿਚਾਰ ਨੀਚ ਨਹੀਂ ਆ। ਵਿਸ਼ਰਾਮ ਕਿੱਥੇ ਲੱਗਦਾ? ਨਾਨਕ ਨੀਚ। ਨਾਨਕ ਨੀਚ ਕਹੇ ਵਿਚਾਰ। ਮੈਂ ਤੇ ਨਿਮਾਣਾ ਜਿਹਾ ਹੀ ਹਾਂ, ਪਰ ਗੱਲ ਮੇਰੀ ਧਿਆਨ ਨਾਲ ਸੁਣ ਲਓ। ਮੇਰੇ ਬਾਰੇ ਨਾ ਇਦਾਂ ਸੋਚ। ਹੁਣ ਜਿਵੇਂ ਤੁਹਾਡੇ ਚੋਂ ਕੋਈ ਬੰਦਾ, ਕੋਈ ਵੀਰ ਭੈਣ, ਇਹ ਕੌਣ ਹੈ ਭਾਈ, ਕਿੱਥੋਂ ਆਇਆ, ਕੀ ਮਕਸਦ ਹੋਊਗਾ, ਤੁਸੀਂ ਕੱਲ ਨੂੰ ਜਾ ਕੇ ਇੰਟਰਨੈਟ ਤੇ ਇਹਦੀ ਭਾਲ ਕਰਨ ਲੱਗ ਜਾਓ। ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੁਛ ਨਿਕਲੂਗਾ। ਕਰ ਵੀ ਲਿਓ, ਮੈਨੂੰ ਇਦਾਂ ਕੋਈ ਡਰ ਨਹੀਂ ਹੈ ਵੀ ਤੁਹਾਨੂੰ ਇਦਾਂ ਲੱਗੇ ਵੀ ਭਾਈ ਸਾਹਿਬ ਇਹ ਸ਼ਾਇਦ ਕਹਿਣਾ ਚਾਹੁੰਦੇ ਆ ਵੀ ਕਿਤੇ ਸਰਚ ਹੀ ਨਾ ਕਰ ਲਿਓ, ਕੋਈ ਗੱਲ ਨਹੀਂ। ਪਰ ਗੱਲ ਆਪਾਂ ਜਿਹੜੀ ਕਰ ਰਹੇ ਆ ਨਾ, ਉਹ ਅਹਿਮੀਅਤ ਰੱਖਦੀ ਹੈ। ਮੇਰਾ ਹੋਣਾ ਜਾਂ ਨਾ ਹੋਣਾ ਮੇਰੀ ਕੋਈ ਗੱਲ ਨਹੀਂ ਹੈ। ਆਪਾਂ ਕੋਈ ਚੀਜ਼, ਗੁਰੂ ਸਾਹਿਬ ਕਹਿੰਦੇ ਮੇਰੀ ਕੋਈ ਗੱਲ ਨਹੀਂ ਹੈ, ਨਾਨਕ ਨੀਚ। ਪਰ ਜਿਹੜੀ ਵਿਚਾਰ ਹੈ ਸੁਣ ਲਓ, ਜ਼ਰੂਰੀ ਹੈ। ਗੁਰੂ ਭੱਟ ਕੀ ਕਹਿ ਰਹੇ ਨੇ? ਰੱਬ। ਤੇ ਨਾਨਕ ਜੀ ਕੀ ਕਹਿ ਰਹੇ ਨੇ? ਨੀਚ। ਗੁਰੂ ਅਰਜਨ ਸਾਹਿਬ ਜੀ ਨੂੰ ਭੱਟ ਕੀ ਕਹਿ ਰਹੇ ਨੇ? ਰੱਬ। ਆਪ ਨਾਰਾਇਣ ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਤੇ ਰੱਬ ਇੱਕੋ ਹੀ ਚੀਜ਼ ਹੈ। ਪਰ ਗੁਰੂ ਅਰਜਨ ਸਾਹਿਬ ਜੀ ਕੀ ਕਹਿ ਰਹੇ? ਹਮ ਮੈਲੇ ਤੁਮ। ਹੁਣ ਕੌਣ ਮੰਨਦਾ ਆਪਣੇ ਚੋਂ ਵੀ ਅਸੀਂ ਮੈਲੇ ਆ? ਮੈਨੂੰ ਕੋਈ ਕਹੇ ਮੈਂ ਤਾਂ ਨਹੀਂ ਮੰਨਦਾ। ਮੈਂ ਤਾਂ ਇਹੀ ਹਮੇਸ਼ਾ ਸਪਸ਼ਟ ਕਰਨ ਤੇ ਰਹਿਣਾ ਵੀ ਮੈਂ ਤਾਂ ਬਹੁਤ ਉੱਜਲ ਆ। ਹੁਣ ਇਹ ਨਾ ਮੰਨਣਾ ਜਿਹੜਾ ਆ ਨਾ, ਇਹ ਵੀ ਬੜੀ ਵੱਡੀ ਸਮੱਸਿਆ ਵਾ। ਤੇ ਮੈਨੂੰ ਤੁਹਾਡੇ ਵਾਲੀ ਗੱਲ ਪਸੰਦ ਨਹੀਂ। ਗੱਲ ਤੁਹਾਡੀ ਠੀਕ ਹੈ ਤੇ ਮੈਂ ਇਹ ਕਹਿਣਾ ਨਹੀਂ 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 ਇਦਾਂ ਨਹੀਂ। ਕਈ ਬੰਦੇ ਹੁੰਦੇ ਤੁਸੀਂ ਵੇਖਿਓ, ਗੱਲ ਤੁਹਾਡੇ ਵਾਲੀ ਕਰਨਗੇ ਪਰ ਇੱਕ ਵਾਰ ਤੁਹਾਡੇ ਵਾਲੇ ਨੂੰ ਕਹਿਣਗੇ ਨਾ 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 ਇਦਾਂ ਨਹੀਂ ਹੈ ਭਾਈ ਸਾਹਿਬ। ਮੈਂ ਦੱਸਦਾ ਤੁਹਾਨੂੰ, ਜਿਹੜੀ ਮੈਂ ਦੀ ਰੱਟ ਹੈ ਨਾ ਸਾਡੇ ਸਮਾਜ ਦੇ ਵਿੱਚ, ਬਾਣੀ ਜਿੱਥੇ ਮੈਂ ਸ਼ੁਰੂ ਹੋਏਗਾ ਉੱਥੇ ਸਮਾਜ ਖਤਮ ਹੋਏਗਾ। ਬਾਣੀ ਨੇ ਕਿਹਾ
मेरी मेरी करते जन्म गयो। जिदण मेरी मेरी शुरू हो गई खेड खत्म, ते जिदण तू तू करता तू हुआ। हुण दसो साडे च मैं ज़्यादा है कि तू ज़्यादा है? बस खेड ही इत्थे है। सस सियाणप दा सर्टिफिकेट लई फिरदी है क्योंकि उहदी उम्र ज़्यादा है। नौ यूनीवर्सिटी का सर्टिफिकेट लई फिरदी है क्योंकि सस वेले यूनीवर्सिटी नहीं हुंदी सी ते सस वेले यूनीवर्सिटी हैगी है। वो सियाणप के सर्टिफिकेट नाल नौ नूं ढाउणा चाहुंदी है ते नौ यूनीवर्सिटी के सर्टिफिकेट नाल सस नूं ढाउणा चाहुंदी है। हुण दोवें ही फाइट कर रहे ने, दोवें ही विरोधी धिरां बणीਆਂ ने, कंप्रोमाइज़ किद्दां होएगा? जे इदां हो जाए कि बेबे तेरी सियाणप अपने थां ते है क्योंकि जो तेरे कोल है वो मेरे कोल नहीं, ते बेबे कहे पुत जो तेरे कोल है वो मेरे कोल नहीं, बस फिर घर स्वर्ग है। पर ऐ नहीं होएगा। सो गल्लां दो नहीं आ। पहले वालियां दी गल पसंद नहीं सी, इस करके गल नवीं घड़ के उन्होंने कहा भी इन्हां वाली ठीक नहीं है, साडे वाली ठीक है। गल इक्को ही है, एक ओंकार एक परमात्मा आ ते वो सारियां थावां ते वसिया होया। वो मूल मंत्र सारा इहदी व्याख्या ही करदा। ठीक है जी। हाँ जी, होर किसी दी कोई गल होवे तां आपां कर लईए, पर मैनूं लगदा समां आपां नूं समाप्ति दा इशारा करदा ते तू शुरू कर दिओ। सौखा तरीका शुरू करके वेखो। मैं छड्डण दा तरीका तू शुरू करिए, कह के वेखो घर दे मैंबरां नूं एक दो बार किते भी तू सियाणा, पर ये औखा बहुत है काम। हाँ नहीं हुण इदां इदां जे इदां लाओगे तो फिर तो किसी बन्ने नहीं लगनी गल। पर तू सियाणे दा मतलब तू ज़्यादा सियाणा, ये नहीं शब्दां दी नहीं मैं गल कर रहा, गल किसी नाल सहमत होण दी कर रहा। गल तुहानूं हुण मेरे कोल वक्त नहीं है, बहुत कुछ है बाणी च। गुरु साहब जी ने ना कई थावां ते फरीदा बुरे दा भला कर गुस्सा ना हंडाया कर गुस्सा। क्यों पाल के बैठदा है गुस्से नूं? कोई गल नहीं, फिर की होया जे किसी बुरे नाल वाह पै गया। ऐं ही हुंदा ना सानूं भी मैं चंगा ते दूजा, हालांकि हर वार इदां हुंदा नहीं है, दूजा भी इन्ना बुरा क्यों होना है। जिहड़ी गल करदा सी मैं भी, वो कहंदा कुत्ते दीयां 5 लत्तां हुंदियां 4 नहीं हुंदियां। वो कहंदे अच्छा, वो कहंदे 4 हुंदियां ने, सारे रल के कहण 4 हुंदियां ने, पर वो कल्ला ही कहे 5 हुंदियां ने। घर आ गया कहंदा कल नूं फैसला करांगे, तुसीं ते सारे रल के मैनूं दबाउणा चाहुंदे हो क्योंकि तुसीं सारे एक बन्ने हो गए, मैं कल्ला रह गया, कल करांगे गल आपां। घर आ गया, घर आण के कहंदा भी मेरी लग गई शर्त, अज वो बंदे 4-5 सी एवें रल के जोर पा के मैनूं दबाउणा चाहुंदे सी। घर दे कहंदे शर्त की लगी सी? कहंदे शर्त लगी सी भी कुत्ते दीयां लत्तां किन्नियां हुंदियां। कहंदे तूं की कहा सी? कहंदे मैं कहा सी 5 हुंदियां। पत्नी कहंदी भी तेरा माड़ा मोटा दिमाग सैट नहीं है, 5 कदों हुंदियां? 4 ही हुंदियां ने। कहंदा एवें 4 हुंदियां? निक्का जिहा बच्चा कहंदा पापा 4 ही हुंदियां ने, तुसीं एवें ही 5 कह आए हो। कहंदा मैनूं लगदा तुसीं भी उन्हां नाल ही रले हो, तुसीं भी है तो मेरे घर दे मैंबर हो पर रले तुसीं उन्हां नाल ही हो। ਜਿਹੜਾ ਬੰਦਾ ਸਾਡਾ ਵਿਰੋਧੀ ਹੈ ਨਾ, ਜਿਹੜਾ ਉਹਦੇ ਹੱਕ 'ਚ ਖਲੋਏਗਾ ਨਾ, ਸਾਨੂੰ ਐਂ ਲੱਗੇਗਾ ਵੀ ਇਹ ਸਭ ਤੋਂ ਵੱਡਾ ਪੋਲਿਸੀ ਘਾੜਾ ਬੰਦਾ ਹੈ, ਕਿਉਂਕਿ ਸਾਨੂੰ ਨਿੱਜ ਦੇ ਅੰਦਰ ਉਤਰਨਾ ਹੀ ਨਹੀਂ ਆਉਂਦਾ। ਤੇ ਗੁਰੂ ਸਾਹਿਬ ਸਾਡੀਆਂ ਪੌੜੀਆਂ ਹੀ ਅੰਦਰ ਨੂੰ ਲਵਾਉਂਦੇ ਨੇ, ਬਾਹਰ ਨੂੰ ਤੇ ਲਵਾਉਂਦੇ ਹੀ ਨਹੀਂ ਆ। ਹੁਣੇ ਤੁਸੀਂ ਸੋਹਿਲਾ ਸਾਹਿਬ ਪੜ੍ਹਿਆ, ਕੀ ਕਹਿੰਦੇ ਗੁਰੂ ਸਾਹਿਬ? ਨਿਜ ਘਰ ਮਹਿਲ ਪਾਓ, ਨਿੱਜ घर विच उतरिया कर, अपने अंदर नूं जाया कर, तू बाहर नूं जाना ओ आ इदां। निज घर महल पाओ सुख सहजे, इत्थों सुख है ते बाहर ना होएगो फेरा, फिर मैं वाले बन्ने फेरा ही नहीं होना। वो कहंदा कोई नहीं, तुसीं मैनूं पता सारे रले आ, पर सारे एक बन्ने हो जाओ। ये भी बड़ी खतरनाक गल, भावें सारी दुनिया एक बन्ने होवे, जे मैं सच्चा तो मैनूं कोई दबा, पर जदों तू कह ही 5 रहा तो हुण सच्चा किवें हो जाएगा? ये भी वेखना पएगा भी बंदा सच्चा है जां नहीं।
अगले दिन कहता जो मर्जी हो जाए मैं पंचायत जित के ही आना। निक्का जिहा बच्चा कहता बापू किवें जित के आ जाओगे जो सह दियां लत्तां ही 4 होंदियां ने 5 होंदियां ही नहीं। कहता ठीक है जे मन लो 4 भी होंदियां ने मैं ते तां ही मन्नू ना जे मैनू मना लैणगे 4 होंदियां भावें सारे कही जाण भी 4 होंदियां मैं इक्को ही गल कह छड़नी भी 5 ही होंदियां बस। ते इहदा ते हल नहीं है ना कोई। मूर्खां सिर मूर्ख है जे मन्ने ना ही ना। गुरु साहब कहते तो मूर्खां दा मूर्ख है, फिर ਉਹਦੇ ਨਾਲ ਕੀ करना है। पर बहुत बहुतात गिनती च साडे परिवार साडा समाज इदां नहीं है। जे असीं थोड़ा जिहा गौर करिए तो चीज़ां बदल सकदियां। ठीक है जी। मैं मेरी तू तेरी विच बदलीए। ਜਦੋਂ तू तेरी गल शुरू हो जाएगी, मैं नहीं कहता मेरे तो इन्नी समर्था नहीं है, मैं इन्ने लायक नहीं हैगा, ना मेरे को इन्नी अकल है। पर मैं जिस गुरु ग्रंथ साहब जी नूं मत्था टेकदा वो गुरु साहब जी कहते हैं भी मेरी मेरी करन नाल गल विगड़ जाती है तो तेरी तेरी करन नाल गल बन जाती है। ਉਹਦੇ 'ਚ लिखिया तू तू करता तू हुआ मुझ में रहा ना हूँ जब आपा पर का मिट गया जत देखो तत तू जिधर वेखा हुण तू ही। तो हो सकता फिर पत्नी च भी रब दिसण लग जाए, हो सकता पति च भी रब दिसण लग जाए, हो सकता माँ च भी दिस जाए, हो सकता सस च भी सस भी रब का रूप ही लगन लग जाए, हो सकता नौं भी रब का रूप लगन लग जाए। तो जे रौला तो यही है ना जिहड़ी चीज़ तुहानूं रब का रूप लगती है उत्थे तो तुसीं दिन च 4 वार पोचा ला जाने ना जिथे लगता भी इत्थे रब का माड़ा मोटा कोई वासा हैगा। तो जे थोड़ा जिहा भी लगे भी इत्थे भी रब हैगा तो गल बन सकती है। पर उत्थे लगता भी नहीं ये तो सस है, ये तो माँ है, ये तो नौं है, ये तो पति है, ये तो पत्नी है। ये वक्त नहीं मेरे को वीर लखविंदर सिंह तुहाडे नाल गल्लां बातां करते रहंदे आ, तुसीं विचारां करते रहंदे हो बहुत कुछ बाणी विचों ऐसा। और फिर जे किते स्वब बनिया तो आपां कुछ लम्मा समा कढ के कुछ वक्त कढ के बैठांगे तो फिर आपां गल्लां बातां करांगे। तुसीं भी करिओ असीं भी करांगे। अपने परिवार दीयां बातां ने तो बहुत कुछ इहदे चों समझिया जा सकदा। जे तुहाडी सारिਆਂ ਦੀ आग्या होवे तां आपां इत्थे ही समाप्ति करदे हां। समाप्ति करिए जी। धन्नवाद सारिਆਂ ਦਾ। बाणी ने ना भैन जी कहा ये मन मूर्ख है तो मूर्ख नूं बहुत जोर नाल समझाउणा पैंदा, इहनूं बार बार समझाउणा पैंदा। रोज़ समझाओ रोज़ समझाओ रोज़ समझाओ। जिहड़ी एक्सरसाइज है ना ये तां ही रोज़ करनी पैंदी है। हौली हौली समझूगा। ये एक दिन नहीं समझदा, 2 दिन नहीं समझदा, सानूं ऐ लगदा भी इहने समझना नहीं। फिर आपां सोचदे हां भी जे समझना ही नहीं तो फिर की फायदा बहण दा। हौली हौली होर कोई नहीं अज नहीं गुटका तो फड़िया ना बाणी तो पढ़ी ना एक गल तो चंगी हुई भी कदी तो ध्यान जपजी साहब च जाता ना, कदी फिर भटक जाता, कदी फिर जपजी च आ जाता, कदी फिर भटक जाता। इनू इत्थे ही रखो। गुरु साहब कहते इनू बार बार समझा मूर्ख है पंखी वर्गा आ। कबीर मन पंखी भयो ये पंछी वर्गा आ, ये उड उड के 10 दिश जाता आ। इन्हें कदी एनू भजना कदी एनू भजना पर फिक्र ना करी ये भी वस हो जाता, ये कंट्रोल च आ जाता, ये मन गुरु का रूप भी बन जाता। पर इनू थोड़ा जा टाइम लगता। जदों जदों जिन्ना जिन्ना पढ़ी जावांगे, जिन्नी जिन्नी प्रैक्टिस करी जावांगे, जिन्ना जिन्ना अभ्यास करी जावांगे। जिवें कोई बंदा जिम जाता वो पहले दिन जदों भार चुकदा तो उहदे थोड़े जे भार नाल बाहां दुखण लग पैंदियां, पर अगले दिन थोड़ा जिहा होर वध चुक लैंदा, तीजे दिन फिर थोड़ा होर चुक लैंदा, चौथे दिन होर चुक लैंदा। तो जे पहले दिन जिद्दण गया उहदियां बाहां दुखण लग जाण ते घर आण के कहे मैं नहीं जाना, मेरे तो नहीं चुक्या जाना, मेरियां ते बाहां ही सवेर दियां नहीं हिल रहीआं, फिर कदी नहीं चुक्या जाना। सो अभ्यास करते रहिए। हौली हौली आपे टिक जाना आ, टिक जाता पर उन्होंने थोड़ा टाइम लगता। जे इद्दी छेती टिक जाता तो फिर धर्म की होया। वो प्रैक्टिस तो चाहिए है ना, उन्होंने वक्त तो उन्होंने लगूगा, टिक जाऊगा। उन्होंने टिकाउंदे रहिए, उन्होंने रस्सा पा के रखिए। महाराज ने बाणी च इत्थों तक लिखिया कहते मन गधे वर्गा है, मन खुटहर तेरा नहीं विसास। खुटहर कहते गधे नूं, कहते इन्हें टिकना नहीं, इनू रस्सी पा के रखी, इनू फड़ के रखी, इनू जपजी पा के रख, इनू सोदर पा के रख, इनू सहज पाठ दियां रस्सियां पा के रख, इनू इतिहास के पन्नियां दियां रस्सियां पा के रख। हौली हौली आपे टिक जाए, ध्यान देवांगे तो टिक जाएगा। ठीक है जी। धन्नवाद सारिਆਂ ਦਾ। भुल चुक लिखी मां गज के आखो वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।